ਹੈਲੋ ਸਟੂਡੈਂਟ ਆਫ 7th ਕਲਾਸ। ਅੱਜ ਅਸੀਂ ਪੰਜਾਬੀ ਦੀ ਪਾਠ ਪੁਸਤਕ ਸੌਗਾਤ ਇਸ ਦਾ ਅੱਜ ਅਸੀਂ ਫਸਟ ਚੈਪਟਰ ਪੜ੍ਹਨ ਜਾ ਰਹੇ ਹਾਂ, ਜੋ ਕਿ ਇੱਕ ਕਵਿਤਾ ਹੈ। ਸੋਨੇ ਦੀ ਚਿੜੀ। ਸੋਨੇ ਦੀ ਚਿੜੀ ਇਸ ਦਾ ਸਿਰਲੇਖ ਹੈ, ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਕਵਿਤਾ ਦਾ ਸੰਬੰਧ ਸਾਡੇ ਦੇਸ਼ ਨਾਲ ਹੈ। ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਸੇ ਸਮੇਂ ਸਾਡੇ ਦੇਸ਼ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਵਿਦੇਸ਼ੀ ਹਮਲਾਵਰਾਂ ਅਤੇ ਲੁਟੇਰਿਆਂ ਨੇ ਇਸ ਨੂੰ ਖੂਬ ਲੁੱਟਿਆ, ਜਿਸ ਕਾਰਨ ਇਸ ਦਾ ਬਹੁਤ ਸ਼ੋਸ਼ਣ ਕੀਤਾ। ਅਤੇ ਅੱਜ ਸਾਡਾ ਦੇਸ਼ ਦਾ ਜੋ ਹਾਲ ਹੈ ਉਸ ਕਿਸੇ ਤੋਂ ਵੀ ਛੁਪਿਆ ਨਹੀਂ ਹੈ। ਅਤੇ ਇਸ ਵਿੱਚ ਕਵੀ ਇਹੀ ਸਾਨੂੰ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਆਓ ਸਾਰੇ ਰਲ ਕੇ ਸਾਰੀਆਂ ਬੁਰਾਈਆਂ ਦਾ ਤਿਆਗ ਕਰਕੇ ਇਕਜੁੱਟ ਹੋ ਕੇ ਆਪਣੇ ਦੇਸ਼ ਦੀ ਤਰੱਕੀ ਲਈ ਕੰਮ ਕਰੀਏ, ਤਾਂ ਕਿ ਜੋ ਇਹ ਫਿਰ ਤੋਂ ਸੋਨੇ ਦੀ ਚਿੜੀ ਬਣ ਸਕੇ। ਤਾਂ ਆਓ ਸ਼ੁਰੂ ਕਰਦੇ ਹਾਂ ਕਵਿਤਾ ਸੋਨੇ ਦੀ ਚਿੜੀ। ਆਓ ਰਲ ਸਾਥੀਓ ਵਿਚਾਰ ਕਰੀਏ, ਦੇਸ਼ ਆਪਣੇ ਦਾ ਸਤਿਕਾਰ ਕਰੀਏ। ਉਹੀ ਮਿੱਟੀ ਉਹੀ ਸੋਹਣੀ ਧੁੱਪ ਹੈ ਜੁੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਇਹਨਾਂ ਸਤਰਾਂ ਦੇ ਵਿੱਚ ਕਵੀ ਇਹੀ ਕਹਿੰਦਾ ਹੈ ਕਿ ਸਾਥੀਓ ਆਓ ਸਾਰੇ ਰਲ ਕੇ ਸੋਚ ਵਿਚਾਰ ਕਰੀਏ, ਸਾਰੇ ਰਲ ਮਿਲ ਕੇ ਬੈਠੀਏ, ਕੋਈ ਮਤਾ ਪਕਾਈਏ। ਜੋ ਆਪਣਾ ਦੇਸ਼ ਹੈ ਇਸ ਦਾ ਅਸੀਂ ਸਤਿਕਾਰ ਕਰਨਾ ਹੈ। ਇਸ ਤੋਂ ਇਲਾਵਾ ਇਹ ਸਾਡਾ ਜੋ ਦੇਸ਼ ਹੈ ਇਸ ਦੀ ਮਿੱਟੀ ਅੱਜ ਵੀ ਉਹੀ ਹੈ ਜੋ ਪੁਰਾਣੇ ਸਮੇਂ ਸੀ। ਇਸ ਦੀ ਧੁੱਪ ਅੱਜ ਵੀ ਉਹੀ ਖਿੜ ਰਹੀ ਹੈ, ਅੱਜ ਵੀ ਇੱਥੇ ਉਹੀ ਧੁੱਪਾਂ ਖਿੜੀਆਂ ਜੋ ਸਦੀਆਂ ਪਹਿਲਾਂ ਖਿੜਦੀਆਂ ਸਨ। ਤਾਂ ਕਹਿਣ ਦਾ ਭਾਵ ਇਹੀ ਹੈ ਕਿ ਉਹੀ ਮਿੱਟੀ ਉਹੀ ਧੁੱਪ ਹੈ ਜਿਹੜੀ ਪੁਰਾਣੇ ਸਮੇਂ ਵਿੱਚ ਸੀ, ਜਦੋਂ ਇਸ ਦੇਸ਼ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਤਾਂ ਆਓ ਅੱਜ ਵੀ ਸਾਡੇ ਲਈ ਉਹੀ ਸੇਮ ਹੀ ਮੌਕਾ ਹੈ, ਉਹੀ ਮੌਕਾ ਹੈ, ਉਹੀ ਹਾਲਾਤ ਨੇ। ਤਾਂ ਆਓ ਸਾਰੇ ਰਲ ਮਿਲ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰੀਏ ਅਤੇ ਇਸ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਈਏ। ਜੱਗ ਨਾਲ ਰਲੋ ਲੈ ਕੇ ਵਿੱਦਿਆ ਉੱਚੀ, ਨੀਤ ਵੀ ਰੱਖਣੀ ਹੈ ਸਾਫ਼ ਅਤੇ ਸੁੱਚੀ। ਮਿਹਨਤ ਸਾਡੀ ਦੀ ਗੱਲ ਜੱਗ 'ਤੇ ਚਿੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਕਹਿਣ ਦਾ ਭਾਵ ਜੱਗ ਨਾਲ ਰਲੋ ਲੈ ਕੇ ਵਿੱਦਿਆ ਉੱਚੀ, ਅਸੀਂ ਉੱਚੀ ਤੋਂ ਉੱਚੀ ਜਿਹੜੀ ਉਚੇਰੀ ਵਿੱਦਿਆ ਹਾਸਲ ਕਰਕੇ, ਵੱਧ ਤੋਂ ਵੱਧ ਗਿਆਨ ਹਾਸਲ ਕਰਕੇ ਦੁਨੀਆ ਦੇ ਨਾਲ ਰਲਣਾ ਹੈ, ਕਿਉਂਕਿ ਦੁਨੀਆ ਨੇ ਜੋ ਤਰੱਕੀ ਦੀ ਰਫਤਾਰ ਹੈ ਬਹੁਤ ਤੇਜ਼ ਹੈ, ਦੁਨੀਆ ਅੱਗੇ ਜਾ ਰਹੀ ਹੈ, ਤਾਂ ਅਸੀਂ ਵੀ ਉਸ ਦੇ ਨਾਲ ਰਲਣਾ ਹੈ ਉਚੇਰੀ ਵਿੱਦਿਆ ਹਾਸਲ ਕਰਕੇ। ਇਸ ਦੇ ਨਾਲ ਹੀ ਸਾਨੂੰ ਆਪਦੀ ਨੀਤ ਹੈ ਜੋ ਉਹ ਵੀ ਸਾਫ਼ ਪਾਕ ਪਵਿੱਤਰ ਅਤੇ ਸਾਫ਼ ਸੁਥਰੀ ਰੱਖਣੀ ਪਵੇਗੀ। ਦੁਨੀਆ ਜਾਣਦੀ ਹੈ ਸਾਡੀ ਮਿਹਨਤ ਨੂੰ ਕਿ ਅਸੀਂ ਬਹੁਤ ਮਿਹਨਤੀ ਹਾਂ, ਸਾਡੀ ਮਿਹਨਤ ਦੀਆਂ ਗੱਲਾਂ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਹਨ। ਤਾਂ ਆਓ ਸਾਰੇ ਰਲ ਕੇ ਦੇਸ਼ ਨੂੰ ਸੋਨੇ ਦੀ ਚਿੜੀ ਬਣਾਈਏ। ਛੱਡ ਕੇ ਵਿਦੇਸ਼ਾਂ ਵਾਲਾ ਮੋਹ ਮਿੱਤਰੋ, ਦੇਸ਼ 'ਚ ਲਿਆਈਏ ਨਵੀਂ ਲੋ ਮਿੱਤਰੋ। ਲੀਹੇ ਪਾ ਲਓ ਗੱਡੀ ਫਿਰ ਜਾਊਗੀ ਰਿੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਇਹਨਾਂ ਸਤਰਾਂ ਵਿੱਚ ਕਵੀ ਇਹੀ ਕਹਿੰਦਾ ਹੈ ਕਿ ਜਿਵੇਂ ਕਿ ਸਾਡੇ ਦੇਸ਼ ਦੇ ਵਿੱਚ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਹੈ, ਸਾਡਾ ਨੌਜਵਾਨ, ਸਾਡਾ ਯੂਥ ਹੈ ਜਿਹੜਾ ਉਹ ਬਹੁਤ ਜ਼ਿਆਦਾ ਵਿਦੇਸ਼ਾਂ ਵੱਲ ਨੂੰ ਜਾ ਰਿਹਾ ਰੋਜੀ ਰੋਟੀ ਦੀ ਭਾਲ ਵਿੱਚ। ਤਾਂ ਸਾਨੂੰ ਇਹ ਜਿਹੜਾ ਵਿਦੇਸ਼ਾਂ ਨੂੰ ਜਾਣ ਦਾ ਜਿਹੜਾ ਮੋਹ ਹੈ ਉਹ ਤਿਆਗ ਦੇਣਾ ਚਾਹੀਦਾ। ਸਾਨੂੰ ਇੱਥੇ ਰਹਿ ਕੇ ਆਪਣੇ ਦੇਸ਼ ਵਿੱਚ ਕੰਮ ਕਰਨਾ ਚਾਹੀਦਾ। ਇੱਕ ਨਵੀਂ ਕਿਰਨ, ਇੱਕ ਨਵੀਂ ਰੌਸ਼ਨੀ ਲਿਆਉਣੀ ਚਾਹੀਦੀ ਹੈ। ਇੱਕ ਵਾਰੀ ਅਸੀਂ ਤਰੱਕੀ ਦੀ ਲੀਹ 'ਤੇ ਆਪਦੀ ਗੱਡੀ ਨੂੰ ਪਾ ਲਈ ਤਾਂ ਫਿਰ ਇਹ ਹੌਲੀ ਹੌਲੀ ਆਪੇ ਰਿੜੀ ਜਾਊਗੀ ਅਤੇ ਅਸੀਂ ਦਿਨ ਪ੍ਰਤੀ ਦਿਨ ਅੱਗੇ ਵੱਧਦੇ ਜਾਵਾਂਗੇ। ਤਾਂ ਇਸ ਤਰ੍ਹਾਂ ਕਰਕੇ ਅਸੀਂ ਆਪਦੇ ਦੇਸ਼ ਨੂੰ ਸੋਨੇ ਦੀ ਚਿੜੀ ਬਣਾਉਣਾ ਹੈ। ਤਾਂ ਉਹ ਸਾਰੇ ਰਲ ਕੇ ਆਪਦੇ ਦੇਸ਼ ਨੂੰ ਸੋਨੇ ਦੀ ਚਿੜੀ ਬਣਾਈਏ ਅਤੇ ਇਸ ਦੀ ਤਰੱਕੀ ਲਈ ਕੰਮ ਕਰੀਏ। ਨਸ਼ਿਆਂ ਦਾ ਛੱਡ ਦਿਓ ਲੜ ਸਾਥੀਓ, ਇਹੀ ਬਰਬਾਦੀ ਦੀ ਨੇ ਜੜ ਸਾਥੀਓ। ਚੁੱਕ ਹਥਿਆਰ ਕਾਹਤੋਂ ਜਾਂਦੇ ਹੋ ਪੀੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਇਹਨਾਂ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਨਸ਼ਿਆਂ ਦਾ ਰੁਝਾਨ ਹੈ ਜੋ ਸਾਡੇ ਦੇਸ਼ ਵਿੱਚ ਚੱਲਿਆ ਹੈ, ਬਹੁਤ ਸਾਰਾ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦਾ ਕਰਕੇ ਆਪਦੀ ਜ਼ਿੰਦਗੀ ਖਰਾਬ ਕਰ ਰਹੇ ਨੇ। ਤਾਂ ਇਹ ਜੋ ਨਸ਼ੇ ਹੈ ਇਹਨਾਂ ਦਾ ਅਸੀਂ ਸਾਥ ਛੱਡ ਦੇਣਾ ਹੈ, ਇਹ ਲੜ ਛੱਡ ਦੇਣਾ ਹੈ, ਇਹ ਬਰਬਾਦੀ ਦੀ ਜੜ ਨੇ। ਇਸ ਤੋਂ ਇਲਾਵਾ ਜੋ ਲੋਕ ਆਪਸ ਦੇ ਵਿੱਚ ਲੜਦੇ ਝਗੜਦੇ ਹਨ ਹਥਿਆਰ ਚੁੱਕ ਕੇ, ਉਹਨਾਂ ਨੂੰ ਵੀ ਕਵੀ ਰੋਕਦਾ ਹੈ ਕਿ ਉਹ ਕਿਉਂ ਲੜ ਰਹੇ ਹੋ, ਕਿਉਂਕਿ ਆਪਸ ਵਿੱਚ ਲੜ ਕੇ ਨਹੀਂ, ਸਗੋਂ ਆਪਸ ਵਿੱਚ ਰਲ ਮਿਲ ਕੇ ਕੰਮ ਕਰਕੇ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰਕੇ ਹੀ ਅਸੀਂ ਇਸ ਦੇਸ਼ ਨੂੰ ਸੋਨੇ ਦੀ ਚਿੜੀ ਬਣਾਉਣਾ ਹੈ। ਹੋਇਆ ਕੀ ਜੇ ਵੈਰੀਆਂ ਚਿੜੀ ਨੂੰ ਲੁੱਟਿਆ, ਪਰ ਸਾਡਾ ਹੌਸਲਾ ਕਦੇ ਨਾ ਟੁੱਟਿਆ। ਏਕਤਾ ਸਾਡੀ ਤਾਂ ਉਹਨਾਂ ਕੋਲੋਂ ਨਾ ਤਿੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਕਵੀ ਕਹਿੰਦਾ ਹੈ ਕਿ ਫਿਰ ਕੀ ਹੋਇਆ ਜੇ ਵੈਰੀਆਂ ਨੇ ਸਾਡੇ ਦੇਸ਼ ਨੂੰ ਲੁੱਟਿਆ। ਵੈਰੀਆਂ ਤੋਂ ਭਾਵ ਜੋ ਅੰਗਰੇਜ਼, ਜੋ ਮੁਗਲ ਹੈ, ਉਹਨਾਂ ਨੇ ਸਾਡੇ ਦੇਸ਼ ਨੂੰ, ਜਾਂ ਵਿਦੇਸ਼ੀ ਹਮਲਾਵਰ ਹੋਏ ਜਿੰਨੇ ਵੀ, ਉਹਨਾਂ ਨੇ ਸਾਡੇ ਦੇਸ਼ ਨੂੰ ਬਹੁਤ ਲੁੱਟਿਆ ਹੈ, ਬਹੁਤ ਸ਼ੋਸ਼ਣ ਕੀਤਾ ਹੈ, ਬਹੁਤ ਲੁੱਟਮਾਰ ਕੀਤੀ ਹੈ, ਪਰ ਫਿਰ ਵੀ ਉਹ ਸਾਡਾ ਕਦੇ ਹੌਸਲਾ ਨਹੀਂ ਤੋੜ ਸਕੇ। ਸਾਡੀ ਏਕਤਾ ਅੱਜ ਵੀ ਜਿੰਦਾਬਾਦ ਹੈ। ਅਸੀਂ ਅੱਜ ਵੀ ਆਪਸ ਦੇ ਵਿੱਚ ਰਲ ਮਿਲ ਕੇ
ਏਕਤਾ ਨਾਲ ਰਹਿੰਦੇ ਹਾਂ। ਤਾਂ ਇਸੇ ਏਕਤਾ ਨਾਲ ਹੀ ਕੰਮ ਕਰਨਾ ਹੈ ਅਤੇ ਅਸੀਂ ਆਪਦੇ ਦੇਸ਼ ਨੂੰ ਫਿਰ ਤੋਂ ਮੁੜ ਸੋਨੇ ਦੀ ਚਿੜੀ ਬਣਾਉਣਾ ਹੈ। ਹੁੰਦੀ ਹੈ ਜਵਾਨੀ ਹੱਥ ਦੇਸ਼ ਵਾਲੀ ਡੋਰ, ਮੱਠੀ ਪੈਣ ਦੇਣੀ ਨਹੀਂ ਤਰੱਕੀ ਵਾਲੀ ਤੋਰ, ਉਦਮ ਨਾਲ ਮਿੰਟੂ ਚੱਕੀ ਜਾਊਗੀ ਗਿੜੀ, ਮੁੜ ਕੇ ਬਣਾਈਏ ਦੇਸ਼ ਸੋਨੇ ਦੀ ਚਿੜੀ। ਕਵੀ ਕਹਿੰਦਾ ਹੈ ਕਿ ਦੇਸ਼ ਦੀ ਜਵਾਨੀ ਦੇ ਹੱਥ ਹੀ ਦੇਸ਼ ਦੀ ਡੋਰ ਹੁੰਦੀ ਹੈ, ਉਹੀ ਨੌਜਵਾਨ ਹੀ ਜਿਹੜੇ ਦੇਸ਼ ਨੂੰ ਅੱਗੇ ਲਿਜਾ ਸਕਦੇ ਹਨ। ਇਸ ਕਰਕੇ ਅਸੀਂ ਦਿਨ ਰਾਤ ਇੱਕ ਕਰਨਾ ਹੈ, ਮਿਹਨਤ ਕਰਨੀ ਹੈ ਅਤੇ ਆਪਦੇ ਦੇਸ਼ ਦੀ ਤਰੱਕੀ ਦੀ ਜਿਹੜੀ ਰਫਤਾਰ ਹੈ ਉਸ ਨੂੰ ਹੌਲੀ ਨਹੀਂ ਹੋਣ ਦੇਣਾ। ਅਸੀਂ ਉੱਦਮ ਨਾਲ ਮਿਹਨਤ ਨਾਲ ਕੰਮ ਕਰਾਂਗੇ ਤਾਂ ਇਹ ਜੋ ਤਰੱਕੀ ਦੀ ਜਿਹੜੀ ਚੱਕੀ ਹੈ, ਤਰੱਕੀ ਰੂਪੀ ਚੱਕੀ ਹੈ, ਇਹ ਗਿੜੀ ਜਾਊਗੀ ਤਾਂ ਸਾਡਾ ਦੇਸ਼ ਤਰੱਕੀ ਕਰਦਾ ਹੋਇਆ ਅੱਗੇ ਵੱਧਦਾ ਜਾਊਗਾ। ਇਸ ਤਰ੍ਹਾਂ ਸਾਡਾ ਦੇਸ਼ ਇੱਕ ਦਿਨ ਸੋਨੇ ਦੀ ਚਿੜੀ ਬਣ ਜਾਵੇਗਾ। ਤਾਂ ਇਹੀ ਕਵੀ ਕਹਿੰਦਾ ਹੈ ਕਿ ਆਓ ਸਾਰੇ ਰਲ ਕੇ ਦੇਸ਼ ਨੂੰ ਸੋਨੇ ਦੀ ਚਿੜੀ ਬਣਾਈਏ ਅਤੇ ਦੇਸ਼ ਦੀ ਤਰੱਕੀ ਦੇ ਲਈ ਕੰਮ ਕਰੀਏ। ਧੰਨਵਾਦ।